ਉਹਨਾਂ ਦੀ ਬੇਅਦਬੀ ਕਰਨਗੇ ਤੇ ਫਿਰ ਇਸ ਦਾ ਆਮ ਲੋਕਾਂ ਦੇ ਉੱਤੇ ਕੀ ਅਸਰ ਪਏਗਾ। ਅਸੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸਾਹਿਬ ਨਾਲ ਗੱਲ ਹੋਈ ਸੀ ਮੇਰੀ ਸ਼ੋਰੂਮ ਜ਼ਿਲ੍ਹਾ ਸਵੇਰੇ। ਅਸੀਂ ਇਹ ਮੰਗ ਕੀਤੀ ਹੈ ਕਿ ਫੌਰੀ ਤੌਰ ਤੇ ਮੁਕੱਦਮਾ ਦਰਜ ਕੀਤਾ ਜਾਵੇ ਧਾਰਮਿਕ ਬੇਅਦਬੀ ਦਾ। ਸੋਨਮ ਔਰ ਉਹਦੇ ਨਾਲ ਜਿਹੜੇ ਪ੍ਰੋਡਿਊਸਰ ਨੇ ਜਾਂ ਜਿੰਨੇ ਵੀ ਲੋਕ ਉਹਨਾਂ ਦੀ ਅਸੀਂ ਗ੍ਰਿਫਤਾਰੀ ਔਰ ਮੁਕੱਦਮੇ ਦੀ ਮੰਗ ਇਸ ਲਈ ਕਰ ਰਹੇ ਹਾਂ ਕਿ ਸਾਨੂੰ ਉਹਨਾਂ ਨਾਲ ਕੋਈ ਨਾਰਾਜ਼ਗੀ ਨਹੀਂ, ਲੇਕਿਨ ਅਗਰ ਪੜ੍ਹੇ ਲਿਖੇ ਲੋਕ ਹੀ ਇਸ ਤਰ੍ਹਾਂ ਦੇ ਕੰਮ ਕਰਨਗੇ ਤੇ ਅਸੀਂ ਲੋਕਾਂ ਨੂੰ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਾਂ ਕਿ ਗ੍ਰਿਫਤਾਰ ਕਰਕੇ ਅੰਦਰ ਦਿਓ ਇਹਨਾਂ ਨੂੰ, ਤਾਂ ਕਿ ਬਾਕੀ ਦੁਨੀਆ ਨੂੰ ਸੁਨੇਹਾ ਮਿਲੇ ਕਿ ਆਪਣੀ ਮਰਜ਼ੀ ਨਾਲ ਕਿਸੇ ਦੇ ਧਰਮ ਦੀ ਆਸਥਾ ਨਹੀਂ ਖਿਲਵਾਓ। ਪੰਜਾਬ ਦੇ ਸ਼ਾਹੀ ਇਮਾਮ ਉਹਨਾਂ ਦੀ ਬੇਅਦਬੀ ਕਰਨਗੇ ਤੇ ਫਿਰ ਇਸ ਦਾ ਆਮ ਲੋਕਾਂ ਦੇ ਉੱਤੇ ਕੀ ਅਸਰ ਪਏਗਾ। ਅਸੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸਾਹਿਬ ਨਾਲ ਗੱਲ ਹੋਈ ਸੀ ਮੇਰੀ ਸ਼ੋਰੂਮ ਜ਼ਿਲ੍ਹਾ ਸਵੇਰੇ। ਅਸੀਂ ਇਹ ਮੰਗ ਕੀਤੀ ਹੈ ਕਿ ਫੌਰੀ ਤੌਰ ਤੇ ਮੁਕੱਦਮਾ ਦਰਜ ਕੀਤਾ ਜਾਵੇ ਧਾਰਮਿਕ ਬੇਅਦਬੀ ਦਾ। ਸੋਨਮ ਔਰ ਉਹਦੇ ਨਾਲ ਜਿਹੜੇ ਪ੍ਰੋਡਿਊਸਰ ਨੇ ਜਾਂ ਜਿੰਨੇ ਵੀ ਲੋਕ ਉਹਨਾਂ ਦੀ ਅਸੀਂ ਗ੍ਰਿਫਤਾਰੀ ਔਰ ਮੁਕੱਦਮੇ ਦੀ ਮੰਗ ਇਸ ਲਈ ਕਰ ਰਹੇ ਹਾਂ ਕਿ ਸਾਨੂੰ ਉਹਨਾਂ ਨਾਲ ਕੋਈ ਨਾਰਾਜ਼ਗੀ ਨਹੀਂ, ਲੇਕਿਨ ਅਗਰ ਪੜ੍ਹੇ ਲਿਖੇ ਲੋਕ ਹੀ ਇਸ ਤਰ੍ਹਾਂ ਦੇ ਕੰਮ ਕਰਨਗੇ ਤੇ ਅਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹਾਂਗੇ। ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੀ ਸਭਿਅਤਾ ਤੁਹਾਡੀ ਸਮਾਜਿਕ ਵਿਵਸਥਾ ਅੱਛੀ ਰਹੇ, ਇਸ ਲਈ ਗਲਤੀ ਕਰਨ ਵਾਲਿਆਂ ਨੂੰ ਘੱਟੋ ਘੱਟ ਉਹਨਾਂ ਦੀ ਪਕੜ ਜਿਹੜੀ ਹੈ ਉਹ ਹੋਣੀ ਚਾਹੀਦੀ। ਇਸ ਲਈ ਅੱਜ ਦੀ ਇਹ ਪ੍ਰੈਸ ਕਾਨਫਰੰਸ ਬੁਲਾਈ ਔਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ ਇੰਟੀਮੇਸ਼ਨ ਜਿਹੜਾ ਅਸੀਂ ਭੇਜਿਆ, ਸੁਨੇਹਾ ਲਾਇਆ, ਬਕਾਇਦਾ ਲਿਖਤ ਰੂਪ ਦੇ ਵਿੱਚ ਸ਼ਿਕਾਇਤ ਦਿੱਤੀ ਹੈ ਔਰ ਉਮੀਦ ਕਰਦੇ ਹਾਂ ਕਿ ਜਲਦੀ FIR ਦਰਜ ਕਰਕੇ ਕਾਰਵਾਈ। ਕੋਈ ਵੀ ਫਿਲਮ ਸ਼ੂਟਿੰਗ ਹੁੰਦੀ ਉਹਦੀ ਪਰਮਿਸ਼ਨਾਂ ਬਹੁਤ ਸਾਰੀਆਂ ਲੈਣੀਆਂ ਪੈਂਦੀਆਂ ਨੇ। ਬਿਲਕੁਲ। ਜਿਹੜੀ ਉੱਥੇ ਦੀ ਪ੍ਰਬੰਧਕ ਕਮੇਟੀ ਸੀ ਮਸਜਿਦ ਦੀ, ਕੀ ਉਹਨਾਂ ਨੇ ਪਰਮਿਸ਼ਨ ਦਿੱਤੀ? ਦੇਖੋ ਇਦਾਂ ਹੈ ਕਿ ਮਸਜਿਦ ਜਿਹੜੀ ਹੈ, ਮਸਜਿਦ ਇਤਿਹਾਸਿਕ ਮਸਜਿਦ ਹੈ, ਉਹ ਮੁਸਲਮਾਨਾਂ ਦੇ ਇੰਤਜ਼ਾਮ 'ਚ ਨਹੀਂ ਹੈ। ਨਮਾਜ਼ ਉੱਥੇ ਪੜ੍ਹ ਸਕਦੇ ਹੋ, ਉਹ ਪ੍ਰੋਤਰ ਵਿਭਾਗ ਦੇ ਅੰਦਰ ਹੈ। ਪਿੱਛੇ ਜੇ ਤੁਹਾਨੂੰ ਯਾਦ ਹੋ ਨਾ, ਮੋਰਸ਼ਿਸ ਮਸਜਿਦ ਜਿਹੜੀ ਸਾਡੀ ਫਤਿਹਗੜ੍ਹ ਸਾਹਿਬ 'ਚ ਇੱਕ ਬਹੁਤ ਪੰਜਾਬ ਦੀ ਮਸ਼ਹੂਰ ਮਸਜਿਦ ਹੈ, ਉੱਥੇ ਵੀ ਸ਼ੂਟਿੰਗ ਹੋਣ ਲੱਗੀ ਸੀ ਤੇ ਮੁਸਲਮਾਨਾਂ ਨੇ ਇਤਰਾਜ਼ ਕੀਤਾ ਔਰ ਰੱਦ ਕੀਤਾ। ਜਿਹੜਾ ਪ੍ਰੋਤਰ ਵਿਭਾਗ ਹੈ ਉਹਨੂੰ ਵੀ ਪਤਾ ਹੈ ਕਿ ਸ਼ੂਟਿੰਗ ਜਿਹੜੀ ਹੈ ਕਿਲੇ 'ਚ ਕਰਾਈ ਜਾ ਸਕਦੀ ਹੈ, ਆਮ ਖਾਸ ਬਾਗ 'ਚ ਕਰਾਈ ਜਾ ਸਕਦੀ ਹੈ, ਲੇਕਿਨ ਕਿਸੇ ਵੀ ਮਸਜਿਦ, ਗੁਰਦੁਆਰੇ ਜਾਂ ਇਤਿਹਾਸਕ ਮੰਦਿਰ ਦੇ ਵਿੱਚ ਜਾ ਕੇ ਤੁਸੀਂ ਸ਼ੂਟਿੰਗ ਜਿਹੜੀ ਹੈ ਉਹ ਨਹੀਂ ਕਰ ਸਕਦੇ। ਤੇ ਇਸ ਲਈ ਉਸ ਵਿਭਾਗ ਦੇ ਉਹਨਾਂ ਅਫਸਰਾਂ ਨੂੰ ਵੀ, ਜਿਹੜੇ ਅਫਸਰ ਜਿਹੜੇ ਹੈ ਇਹਨਾਂ ਦੇ ਨਾਲ ਰਲ ਮਿਲ ਕੇ ਕੰਮ ਕਰਾਉਂਦੇ ਨੇ, ਅਸੀਂ ਉਹਨਾਂ ਦੇ ਖਿਲਾਫ ਵੀ ਮੰਗ ਕੀਤੀ ਹੈ ਕਿ ਉਹਨਾਂ ਦੇ ਉੱਤੇ ਵੀ ਮੁਕੱਦਮਾ ਦਰਜ ਕੀਤਾ ਜਾਵੇ, ਕਿਉਂਕਿ ਇਹ ਲਾਅ ਐਂਡ ਆਰਡਰ ਦਾ ਮਸਲਾ ਨਹੀਂ, ਇਹ ਧਾਰਮਿਕ ਆਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਮਸਲਾ ਹੈ। ਇਹ ਸਿਰਫ ਇੱਕ ਵਿਭਾਗ ਦੇ ਅੰਡਰ ਆਉਣ ਵਾਲੀ ਚੀਜ਼ ਨਹੀਂ ਹੈ, ਉਹ ਮੁਸਲਮਾਨਾਂ ਦੀ ਜਜ਼ਬਾਤ ਦੇ ਨਾਲ ਵੀ ਜੁੜੀ ਹੋਈ ਹੈ ਔਰ ਉਹ ਤਾਂ ਐਡੇ ਵੱਡੇ ਸੰਤ ਨੇ ਕਿ ਉਹ ਸਿੱਖ ਮਜ਼ਹਬ ਦੇ ਵਿੱਚ ਵੀ ਬੜੇ ਸਤਿਕਾਰਯੋਗ ਨੇ, ਬਾਕੀ ਸਮਾਜ ਦੇ ਵਿੱਚ ਵੀ ਬੜੇ ਸਤਿਕਾਰਯੋਗ ਨੇ। ਇਸ ਲਈ ਉਹਨਾਂ ਦੀ ਮਸਜਿਦ ਦੇ ਵਿੱਚ ਇਸ ਤਰ੍ਹਾਂ ਦੀ ਬੇਅਦਬੀ ਕਰਨਾ ਮੈਂ ਸਮਝਦਾ ਕਿ ਬਹੁਤ ਬੁਰੀ ਹੈ। ਸ਼ੂਟਿੰਗ ਦੇ ਦੌਰਾਨ ਕੋਈ ਵਿਰੋਧ ਨਹੀਂ ਕੀਤਾ ਗਿਆ? ਸ਼ੂਟਿੰਗ ਦੇ ਦੌਰਾਨ ਸਾਡੇ ਰਮੇਸ਼ ਕੁਮਾਰ ਜੀ ਉੱਥੇ ਦੇ ਨਿਵਾਸੀ ਨੇ, ਉਹ ਗਏ ਸੀਗੇ ਤੇ ਸੈਫ ਸਾਹਿਬ ਨੇ ਸਿਰੰਤ ਤੋਂ, ਤੇ ਇਹਨਾਂ ਨੇ ਇਤਰਾਜ਼ ਜਤਾਇਆ, ਲੇਕਿਨ ਉਹਨਾਂ ਤੇ ਇਹਦਾ ਕੋਈ ਅਸਰ ਨਹੀਂ ਹੋਇਆ। ਮੈਂ ਸਮਝਦਾ ਹਾਂ ਕਿ ਪੜ੍ਹੇ ਲਿਖੇ ਲੋਕਾਂ ਨੂੰ ਤਾਂ ਖੁਦ ਹੀ ਚਾਹੀਦਾ ਸੀਗਾ ਕਿ ਉਹ ਉਸ ਜਗ੍ਹਾ ਨੂੰ ਚੂਜ਼ ਨਾ ਕਰਦੇ। ਹੁਣ ਅਗਰ ਉਹ ਸਮਝਦੇ ਨੇ ਕਿ ਪੈਸੇ ਦੇ ਬਲ ਤੇ ਜਾਂ ਤਾਕਤ ਦੇ ਬਲ ਤੇ ਅਸੀਂ ਕੋਈ ਗੁੰਡਾਗਰਦੀ ਕਰ ਸਕਦੇ ਹਾਂ, ਤੇ ਉਹਨਾਂ ਦੀ ਗਲਤਫਹਿਮੀ ਹੈ। ਮੈਂ ਸਮਝਦਾ ਹਾਂ ਕਿ ਕਾਨੂੰਨ ਜਿਹੜਾ ਹੈ ਉਹ ਆਪਣਾ ਕੰਮ ਕਰੇਗਾ ਔਰ ਐਸੀ ਗਲਤਫਹਿਮੀਆਂ ਤੋਂ। ਸ਼ੂਟਿੰਗ ਦੇ ਦੌਰਾਨ ਉੱਥੇ ਕੀ ਹੋਇਆ ਵਾ, ਥੋੜਾ ਦੱਸ ਸਕਦੇ ਉੱਥੇ ਕੀ ਸ਼ੂਟ? ਪਹਿਲੀ ਗੱਲ ਤਾਂ ਇਹ ਨਹੀਂ ਪਤਾ ਕਿ ਸ਼ੂਟ ਉਹਨਾਂ ਨੇ ਕਿਹੜਾ ਫਿਲਮ ਦਾ ਹਿੱਸਾ ਕੀਤਾ ਹੈ। ਇਹ ਇਸਲਾਮ ਜਿਹੜਾ ਹੈ ਉਹ ਫਿਲਮ ਦੇ ਹੱਕ ਦੇ ਵਿੱਚ ਨਹੀਂ ਹੈ। ਇਸਲਾਮ ਮਜ਼ਹਬ ਜਿਹੜਾ ਹੈ ਉਹ ਮਸਜਿਦ ਸ਼ੂਟਿੰਗ ਨੂੰ ਹਰਾਮ ਕਰਾਰ ਦਿੰਦਾ ਹੈ। ਦੂਸਰਾ, ਕਿਉਂਕਿ ਉਹ ਮਸਜਿਦ 'ਚ ਉਹਨਾਂ ਦੀ ਪੂਰੀ ਟੀਮ ਜੁੱਤੀਆਂ ਲੈ ਕੇ ਫਿਰਦੀ ਰਹੀ, ਉੱਥੇ ਖਾਣਾ ਪੀਣਾ ਹੋਇਆ, ਉੱਥੇ ਸਭ ਕੁਝ ਕੀਤਾ, ਕੀ ਸਮਝੋ, ਤੇ ਉਹ ਵੀ ਮਸਜਿਦ ਦੇ ਇੰਤਜ਼ਾਮਾਤ ਦੇ ਮੁਤਾਬਕ ਨਹੀਂ ਹੈ। ਤੇ ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਇਨਕੁਆਇਰੀ ਹੋਣੀ ਚਾਹੀਦੀ ਹੈ ਮੁਕੰਮਲ, ਔਰ ਮੁਕੱਦਮਾ ਦਰਜ ਕਰਕੇ ਕਸੂਰਵਾਰ ਲੋਕਾਂ ਨੂੰ ਸਜ਼ਾ। ਕਿਹਨੂੰ ਸ਼ਿਕਾਇਤ ਜਿਹੜੀ ਹੁਣ ਤੁਸੀਂ ਭੇਜੀ ਹੈਗੀ? SSP ਫਤਿਹਗੜ੍ਹ ਸਾਹਿਬ ਨੂੰ ਸ਼ਿਕਾਇਤ ਕੀਤੀ ਗਈ ਹੈ ਔਰ ਉਹਨਾਂ ਨਾਲ ਮੇਰੀ ਫੋਨ ਤੇ ਵੀ ਗੱਲ ਹੋਈ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਜਲਦੀ ਹੀ ਕਾਰਵਾਈ ਕਰਕੇ ਮੁਕੱਦਮਾ ਦਰਜ ਕਰਾਂਗਾ। ਕਿਸ ਤਰ੍ਹਾਂ ਦੀ ਤੁਸੀਂ ਸ਼ਿਕਾਇਤ ਦਿੱਤੀ ਹੈ, ਕਿਸ ਤਰ੍ਹਾਂ ਦੀ ਕਾਰਵਾਈ? ਅਸੀਂ ਚਾਹੁੰਦੇ ਹਾਂ ਕਿ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਣ ਦੀ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ, ਦੂਸਰੇ ਦੇ ਧਰਮ ਨੂੰ ਠੇਸ ਪਹੁੰਚਾਉਣ ਦੀ, ਮਸਜਿਦ ਦੀ ਬੇਅਦਬੀ ਕਰਨ ਦਾ ਜਿਹੜਾ ਮੁਕੱਦਮਾ ਜਿਹੜਾ ਉਹ ਦਰਜ ਹੋਣਾ ਚਾਹੀਦਾ। ਕਿਉਂਕਿ ਅਗਰ ਇਦਾਂ ਦੇ ਲੋਕਾਂ ਨੂੰ ਅਸੀਂ ਇਜਾਜ਼ਤ ਦੇ ਦਾਂਗੇ ਵੀ ਤੁਸੀਂ ਕੁਝ ਵੀ ਕਰੋ, ਤੇ ਕੱਲ ਨੂੰ ਜਿਹੜੇ ਹੋਰ ਆਮ ਲੋਕ ਨੇ ਉਹ ਅੱਗੇ ਇਸ ਤੋਂ ਵੀ ਅੱਗੇ ਜਾ ਕੇ ਕੁਝ ਨਾ ਕੁਝ ਕਰਨਗੇ। ਇਸ ਲਈ ਇਸ ਮਾਮਲੇ ਦੇ ਵਿੱਚ ਢੁਕਵੇਂ ਕਦਮ ਚੱਕੇ ਜਾਣੇ ਜਿਹੜੇ ਉਹ ਬਹੁਤ ਜ਼ਰੂਰੀ। ਲੱਗਦਾ ਕਿ ਕਾਰਵਾਈ ਸਹੀ ਚੱਲੇਗੀ ਜਾਂ ਲੱਗਦਾ ਹੈ ਮੈਨੂੰ ਕਿ ਪੰਜਾਬ ਪੁਲਿਸ ਸਹੀ ਕਾਰਵਾਈ ਕਰੇਗੀ, SSP ਸਾਹਿਬ ਕਰਨਗੇ ਕਾਰਵਾਈ, ਔਰ ਅਗਰ ਜਦ ਨਹੀਂ ਹੋਊਗੀ ਉਸ ਤੋਂ ਬਾਅਦ ਅਗਲਾ ਫੈਸਲਾ ਤੁਹਾਨੂੰ ਸੁਣਾਵਾਂਗੇ। ਸ਼ਾਹੀ ਇਮਾਮ ਪੰਜਾਬੀ ਜਿਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਬਾਅਦ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ, ਪੂਰੀ ਟੀਮ ਜਿਹੜੀ ਆ ਉਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ, ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਉਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ, ਕਾਰਵਾਈ ਨਹੀਂ ਹੋਈ, ਅੱਗੇ ਨਵੀਂ ਰਣਨੀਤੀ ਦੀ ਤਿਆਰੀ ਕੀਤੀ ਜਾਵੇਗੀ।
सर मौके की वीडियोस वगैरह ऑडियो प्रोवाइड करवाए वीडियो स्ट्रीमिंग वगैरह अच्छा वो भेज देने ਤੁਹਾਨੂੰ ਇੱਕ ਦੋ ਭੇਜ ਦਿੰਨੇ ग्रुप की बात ही ਉਹ ਸਾਹਿਬ ਬਾਈ ਨੂੰ ਭੇਜ ਦਿਓ ਸਰ ਜੀ ਆਪਣੀ ਕੋਲ ਵੀਡੀਓ ਹੈਗੀ ਲੁਧਿਆਣਾ ਦੇ ਵਿੱਚ ਜਿਹੜੀ ਮੈਂ ਸਮਝ ਆ ਉਹ ਦਿਓ ਮੁਸਕਿਮ ਬਾਈ ਨੂੰ ਕਹਿੰਦੇ ਗਰੁੱਪ ਚ ਪਾ ਰਹੇ ਜਾਮਾ ਮਸਜਿਦ ਵਾਲਾ ਗਰੁੱਪ ਹੈ ਨਾ ਉਹ ਚ ਪਾ ਰਹੇ सारे अब भेज दो भेज रहे हैं ਉਹ ਚ ਹੀ ਪਾ ਰਹੇ वारी 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 नहीं ग्रुप ਚ ਪਾ ਰਹੇ हैं ਬਾਜਵਾ ਤੇ ਉਹਨਾਂ ਦੀ ਟੀਮ ਦੇ ਖਿਲਾਫ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸ਼ਾਹੀ ਇਮਾਮ ਪੰਜਾਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਆਖਿਰਕਾਰ ਮਾਮਲਾ ਕੀ ਹੈ ਸਰ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਮਾਮਲਾ ਹੈ ਪੂਰਾ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ बिस्मिल्लाहिर्रहमानिर्रहीम शुरू अल्लाह ताला दे नाम तो जो बड़ा मेहरबान थे निहायत ही रहम करने वाला पंजाबी फिल्म की एक शूटिंग जिहड़ी है जिला फतेहगढ़ साहब की जिहड़ी इतिहासिक मस्जिद है सरहंद दे विच जिहड़ी स्थापित है मस्जिद सदना दे नाम तो असीं ਉਹਨੂੰ ਜਾਣਦੇ ਹਾਂ ਇਤਿਹਾਸ ਦੇ ਵਿੱਚ ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਚੱਲਾਂ ਕਿ ਮਸਜਿਦ ਭਗਤ ਸਦਨਾ ਜੀ ਜਿਹੜੇ ਸੀਗੇ ਸਦਨਾ ਜੀ ਉਹ ਆਪਣੇ ਸਮੇਂ ਦੇ ਬਹੁਤ ਵੱਡੇ ਸੂਫੀ ਸੰਤ ਗੁਜ਼ਰੇ ਨੇ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਜਿਹੜੀ ਹੈ ਸੁਸ਼ੋਭਿਤ ਯਾਨੀ ਜਿਸ ਸ਼ਖਸੀਅਤ ਦੀ ਨਾਲ ਸੰਬੰਧਿਤ ਇਹ ਮਸਜਿਦ ਹੈ ਉਹ ਪੂਰੇ ਵਿਸ਼ਵ ਦੇ ਵਿੱਚ ਸਿੱਖ ਮਜ਼ਹਬ ਦੇ ਨਾਲ ਸੰਬੰਧ ਹੋਣ ਦੀ ਵਜ੍ਹਾ ਨਾਲ ਬੜੇ ਸਤਿਕਾਰ ਦੇ ਨਾਲ ਜਾਣੇ ਜਾਂਦੇ ਨੇ ਹੁਣ ਉਸ ਇਤਿਹਾਸਿਕ ਮਸਜਿਦ ਦੇ ਵਿੱਚ ਸੋਨਮ ਬਾਜਵਾ ਤੇ ਉਹਦੀ ਟੀਮ ਨੇ ਕੋਈ ਸ਼ੂਟਿੰਗ ਕੀਤੀ ਮਸਜਿਦ ਦੀ ਇੱਜ਼ਤ ਨੂੰ ਪਾਮਾਲ ਕੀਤਾ ਗਿਆ ਮਸਜਿਦ ਦੇ ਵਿੱਚ ਸ਼ੂਟਿੰਗ ਕਰਨਾ ਹਰਾਮ ਹੈ ਕਿਸੇ ਵੀ ਤਰ੍ਹਾਂ ਉਹਦੀ ਇਜਾਜ਼ਤ ਜਿਹੜੀ ਹੈ ਨਹੀਂ ਦਿੱਤੀ ਜਾ ਸਕਦੀ ਪ੍ਰੋਤਰ ਵਿਭਾਗ ਨੇ ਇਜਾਜ਼ਤ ਦਿੱਤੀ ਉਹਨੇ ਵੀ ਬੜੀ ਬੇਅਦਬੀ ਦਾ ਕੰਮ ਕੀਤਾ ਤੇ ਅਸੀਂ ਐਸਐਸਪੀ ਫਤਿਹਗੜ੍ਹ ਸਾਹਿਬ ਨੂੰ ਲਿਖਤ ਰੂਪ ਦੇ ਵਿੱਚ ਸ਼ਿਕਾਇਤ ਕੀਤੀ ਕਿ ਪਰਮਿਸ਼ਨ ਦੇਣ ਵਾਲਿਆਂ ਦੇ ਖਿਲਾਫ ਵੀ ਔਰ ਉੱਥੇ ਸ਼ੂਟਿੰਗ ਕਰਨ ਵਾਲਿਆਂ ਦੇ ਖਿਲਾਫ ਵੀ ਫੌਰੀ ਤੌਰ ਤੇ ਮੁਕੱਦਮਾ ਵੀ ਦਰਜ ਹੋਵੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਵੇ ਔਰ ਇਹ ਇਸ ਲਈ ਨਹੀਂ ਕਿ ਸਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਹੈ ਨਹੀਂ ਇਹ ਇਸ ਲਈ ਕਿ ਅਗਰ ਪੜ੍ਹੇ ਲਿਖੇ ਲੋਕ ਸਮਝਦਾਰ ਸੂਝਵਾਨ ਲੋਕ ਜਿਹੜੇ ਹੈ ਉਹ ਇਸ ਤਰ੍ਹਾਂ ਬੇਅਦਬੀਆਂ ਕਰਨਗੇ ਤੇ ਫਿਰ ਆਮ ਲੋਕਾਂ ਨੂੰ ਇਹਦਾ ਕੀ ਸੁਣਿਆ ਜਾਏਗਾ ਇਸ ਲਈ ਜ਼ਰੂਰੀ ਹੈ ਕਿ ਇਹਨਾਂ ਪੜ੍ਹੇ ਲਿਖਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਦੂਸਰਾ ਬੰਦਾ ਜਿਹੜਾ ਐਸੀ ਸ਼ਰਾਰਤ ਜਦੋਂ ਕਿਤੇ ਧਾਰਮਿਕ ਸਥਾਨ ਤੇ ਸ਼ੂਟਿੰਗ ਕਰਨੀ ਹੁੰਦੀ ਹੈ ਤਾਂ ਕਈ ਸਿੱਖੇ ਦੇ ਜਿਹੜੇ ਪ੍ਰੋਸੈਸ ਹੁੰਦੇ ਆ ਜਿਹੜੇ ਉੱਥੇ ਦੇ ਪ੍ਰਬੰਧਕ ਪਹਿਲੀ ਗੱਲ ਤਾਂ ਹੈ ਕਿ ਧਾਰਮਿਕ ਸਥਾਨ 'ਚ ਸ਼ੂਟਿੰਗ ਹੁੰਦੀ ਹੀ ਨਹੀਂ ਇਸਲਾਮ 'ਚ ਤਾਂ ਨਹੀਂ ਹੁੰਦੀ ਕਿਆ ਹੋ ਹੀ ਨਹੀਂ ਸਕਦੀ ਪ੍ਰਬੰਧਕ ਸੀਗੇ ਉਹਨਾਂ ਤੋਂ ਜਿਹੜੀ ਪ੍ਰਬੰਧਕ ਨਹੀਂ ਉਹ ਪ੍ਰੋਤਰ ਵਿਭਾਗ ਵਾਲੇ ਆ ਜਿਹੜੇ ਨਾਲ ਰਲੇ ਹੋਏ ਨੇ ਉਹਨਾਂ ਨੇ ਸ਼ਰਾਰਤ ਹੀ ਕਰਵਾਈ ਤੇ ਉਹਨਾਂ ਨੂੰ ਵੀ ਧਾਰਮਿਕ ਆਸਥਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਜਿਹੜਾ ਨਾਲ ਦਰਜ ਕੀਤਾ ਸਰ ਜਿਹੜੀ ਇਹ ਫਿਲਮ ਹੈ ਔਰ ਸ਼ੂਟਿੰਗ ਕਿਸ ਤੇ ਇਸ ਬਾਰੇ ਤਾਂ ਹੁਣ ਪੂਰਾ ਪ੍ਰੋਡਿਊਸਰ ਹੀ ਦੱਸ ਸਕਦਾ ਜਿੰਨਾ ਕਿ ਮੈਨੂੰ ਪਤਾ ਹੈ ਕਿ ਪਿਟ ਸਿਆਪਾ 2 ਦੀ ਸ਼ੂਟਿੰਗ ਹੈ ਔਰ ਉਹਦੇ ਲਈ ਇਹ ਕੀਤਾ ਗਿਆ ਤੇ ਮੈਂ ਸਮਝਦਾ ਇਹ ਅਫਸੋਸਨਾਕ ਹੈ ਇਸ ਤਰ੍ਹਾਂ ਦੀ ਬੇਅਦਬੀਆਂ ਨਹੀਂ ਹੋਣੀਆਂ ਚਾਹੀਦੀਆਂ ਪੰਜਾਬ ਦੀ ਧਰਤੀ ਤੇ ਤਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਇਸ ਲਈ ਇਹਨਾਂ ਨੂੰ ਚਾਹੀਦਾ ਪੁਲਿਸ ਨੂੰ ਚਾਹੀਦਾ ਕਿ ਫੌਰੀ ਤੌਰ ਤੇ ਸਰ ਕਦੋਂ ਸ਼ੂਟਿੰਗ ਚੱਲਦੀ ਗਈ ਸੀ ਔਰ ਸ਼ੂਟਿੰਗ ਦਾ ਕਿੰਨਾ ਕੁ ਟਾਈਮ ਸੀਗਾ ਕੀ ਪਰਪਸ ਸੀ ਪੂਰਾ ਸ਼ੂਟਿੰਗ ਕਰਨ ਦਾ ਇਸ ਬਾਰੇ ਤਾਂ ਨਹੀਂ ਮੈਨੂੰ ਪਤਾ ਲੇਕਿਨ ਇਹ ਬਿਲਕੁਲ ਠੀਕ ਹੈ ਗੱਲ ਕਿ 12 ਤਰੀਕ ਨੂੰ ਸ਼ੂਟਿੰਗ ਹੋਈ ਹੈ ਸ਼ਾਮ ਦੇ ਸਮੇਂ ਸ਼ੂਟਿੰਗ ਹੋਈ ਹੈ 4-5 ਘੰਟੇ ਲਈ ਮਸਜਿਦ ਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ ਤੇ ਇਸ ਲਈ ਇਹ ਬੜੀ ਫਿਕਰ ਦੀ ਗੱਲ ਹੈ ਤੇ ਕਰ ਧਾਰਮਿਕ ਭਾਵਨਾਵਾਂ ਨੂੰ ਤੁਸੀਂ ਕਹਿ ਰਹੇ ਹੋ ਕੇਸ ਪਹੁੰਚੀ ਹੈ ਜਦੋਂ ਸ਼ੂਟਿੰਗ ਹੋਈ ਹੈ ਉਸ ਸਮੇਂ ਉਹ ਕਿਉਂ ਨਹੀਂ ਵਿਰੋਧ ਕੀਤਾ ਗਿਆ ਸੀ ਬਿਲਕੁਲ ਵਿਰੋਧ ਕੀਤਾ ਗਿਆ ਸੀ ਲੇਕਿਨ ਉਹ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਰਿਵਾਜ ਚੱਲ ਪਿਆ ਨਾ ਵੀ ਵਿਰੋਧ ਕਰਨ ਵਾਲੇ ਨੂੰ ਵੀ ਇਹ ਦੇਖਦੇ ਵੀ ਇੱਕ ਅੱਧੇ ਬੰਦੇ ਨੇ ਤੇ ਕਿ 2-4 ਨੇ ਸਮੇਂ ਤੇ ਰਮੇਸ਼ ਕੁਮਾਰ ਜੀ ਉੱਥੇ ਦੇ ਲੋਕਲ ਨਿਵਾਸੀ ਨੇ ਅਸੈਫ ਸਾਹਿਬ ਬੈਠੇ ਨੇ ਸਰਹੰਦ ਤੋਂ ਨਾਜ਼ਿਮ ਬੈਠੇ ਨੇ ਵਿਰੋਧ ਕੀਤਾ ਗਿਆ ਸੀਗਾ ਲੇਕਿਨ ਉਹਨਾਂ ਨੇ ਇਹਨੂੰ ਤਸਲੀਮ ਨਹੀਂ ਕੀਤਾ ਤੇ ਇਸ ਲਈ ਹੁਣ ਅਸੀਂ ਇਹਨੂੰ ਸਟੇਟ ਲੈਵਲ ਦੇ ਉੱਤੇ ਇਹਦੇ ਖਿਲਾਫ ਜਿਹੜਾ ਆਵਾਜ਼ ਚੱਕਾਂਗੇ ਕੀ ਲੱਗਦਾ ਹੈ ਤੁਹਾਡੇ ਵੱਲੋਂ ਕੀ ਜਿਹੜੀ ਕਾਰਵਾਈ ਜਿਹੜੀ ਕੀਤੀ ਜਾਣੀ ਚਾਹੀਦੀ ਤਾਂ ਸੁਣਵਾਈ ਦਾ ਨਾਮ ਰੂਪੂ ਕਰਨ ਹਾਂ ਬਿਲਕੁਲ ਉਹਦੇ ਨਾਲ ਜਿਹੜੇ ਪ੍ਰੋਡਿਊਸਰ ਨੇ ਜਾਂ ਜਿਹੜੀ ਕਾਸਟਿੰਗ ਦੀ ਟੀਮ ਹੈ ਸਾਰਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਕੀ ਲੱਗਦਾ ਹੈ ਜਿਸ ਤਰੀਕੇ ਦੀ ਕਾਰਵਾਈ ਤੁਸੀਂ ਕਰ ਰਹੇ ਹੋ ਜੇਕਰ ਕਾਰਵਾਈ ਨਾ ਹੋਵੇ ਫਿਰ ਅਗਲੇ ਸਟੈਪ ਜਦੋਂ ਨਹੀਂ ਹੋਊਗੀ ਫਿਰ ਅਗਲਾ ਸਟੈਪ ਐਸਾ ਹੋਏਗਾ ਕਿ ਫਿਰ ਜ਼ਾਹਿਰ ਜੀ ਗੱਲ ਹੈ ਕਿ ਕਾਰਵਾਈ ਕਰਨੀ ਪਏਗੀ ਇਸ ਲਈ ਮੈਨੂੰ ਉਮੀਦ ਹੈ ਕਿ ਕਾਰਵਾਈ ਹੋਏਗੀ ਠੀਕ ਹੈ एक मिनट सर ਸਰ ਅੰਦਰ ਦੇ वाइड करनी है मेरा लोगो इधर लाना ना आ जाओ हाँ जी ਦਿਖਾਇਆ ਜਾ ਰਿਹਾ ਉਹਨਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਬਾਜਵਾ ਤੇ ਜਿਹੜੀ ਟੀਮ ਹੈ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਸੈਕਸ਼ਨ ਕੈਮਰਾ ਨੂੰ ਜਲਦੀ ਹੋਵੇਗਾ हाँ जी सर आज ਉਹ ਇੱਕ ਮਿੰਟ ਹੈ अच्छा होगी सर ਦੇਖੋ ਇੱਕ ਸਵਾਲ ਨੂੰ 20 ਦਫਾ ਘੁਮਾ ਘੁਮਾ ਕੇ ਪੁੱਛਣਾ ਹੈ ਬੁਰੀ ਬਾਤ ਕੀ ਸਮਝ ਸਵਾਲ ਇੱਕ ਵਾਰੀ ਹੋ ਗਿਆ ਬਹੁਤ लो जी ਲਓ ਜੀ ਪਹਿਲਾਂ ਬਾਈਟ ਕਰੋ ਜੀ वाह भाई सर आज मुस्लिम समुदाय वालों प्रेस कॉन्फ्रेंस की जा रही है की मामला ਬਿਸਮਿਲ੍ਲਾਹਿਰਰਹਿਮਾਨਿਰਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ
ਇੱਕ ਇਤਿਹਾਸਕ ਮਸਜਿਦ ਹੈ ਸਰਹੰਦ ਦੇ ਵਿੱਚ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ। 'ਚ। ਉਸ ਮਸਜਿਦ ਦਾ ਨਾਮ ਹੈ ਮਸਜਿਦ ਭਾਈ ਸਦਨਾ ਜੀ। ਜੀ ਔਰ ਭਗਤ ਸਦਨਾ ਜੀ ਜਿਹੜੇ ਸੀਗੇ ਆਪਣੇ ਸਮੇਂ ਦੇ ਬਹੁਤ ਵੱਡੇ ਮਸ਼ਹੂਰ ਸੰਤ, ਬਜ਼ੁਰਗ, ਪੀਰ, ਵਲੀ ਸੀ। ਔਰ ਉਹ ਐਡੀ ਮਸ਼ਹੂਰ ਸ਼ਖਸੀਅਤ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਸੁਸ਼ੋਭਿਤ ਹੈ। ਉਹਨਾਂ ਦੇ ਨਾਮ ਤੋਂ ਜਿਹੜੀ ਮਸਜਿਦ ਇਤਿਹਾਸਕ ਉੱਥੇ ਮੌਜੂਦ ਹੈ ਸਰਹੰਦ ਦੇ ਵਿੱਚ। ਅੱਜ ਤੋਂ 15 ਦਿਨ ਪਹਿਲਾਂ ਸੋਨਮ ਬਾਜਵਾ ਤੇ ਉਹਦੀ ਟੀਮ ਨੇ ਉੱਥੇ ਪਿੱਟ ਸਿਆਪਾ 2 ਦੀ ਸ਼ੂਟਿੰਗ ਕੀਤੀ, ਮਸਜਿਦ ਦੀ ਪਵਿੱਤਰਤਾ ਨੂੰ ਭੰਗ ਕੀਤਾ, ਬੇਅਦਬੀ ਕੀਤੀ ਤੇ ਪ੍ਰੋਤਰ ਵਿਭਾਗ ਜਿਹਨੇ ਦੀ ਪਰਮਿਸ਼ਨ ਦਿੱਤੀ ਉਹਨਾਂ ਨੂੰ। ਅੱਜ ਅਸੀਂ ਮੰਗ ਕੀਤੀ ਹੈ ਫਤਿਹਗੜ੍ਹ ਸਾਹਿਬ ਪੁਲਿਸ ਤੋਂ, ਉਹਨਾਂ ਦੇ ਐਸਐਸਪੀ ਸਾਹਿਬ ਨਾਲ ਵੀ ਸਵੇਰੇ ਮੇਰੀ ਗੱਲ ਹੋਈ ਕਿ ਐਕਟਰਸ ਸਮੇਤ ਪੂਰੀ ਟੀਮ ਤੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰੋ। ਸਾਨੂੰ ਇਹਨਾਂ ਨਾਲ ਕੋਈ ਨਾਰਾਜ਼ਗੀ ਨਹੀਂ ਹੈ, ਲੇਕਿਨ ਕਿਉਂਕਿ ਪੜ੍ਹੇ ਲਿਖੇ ਲੋਕਾਂ ਨੇ ਬੇਅਦਬੀ ਕੀਤੀ ਹੈ, ਸੂਝਵਾਨ ਲੋਕਾਂ ਨੇ, ਅਗਰ ਇਹਨਾਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤੇ ਆਉਣ ਵਾਲੇ ਸਮੇਂ 'ਚ ਤਾਂ ਰਿਵਾਜ ਪੈ ਜਾਊਗਾ ਵੀ ਜਿਹੜਾ ਮਰਜ਼ੀ ਬੇਅਦਬੀ ਕਰ ਲਓ। ਤੇ ਇਸ ਲਈ ਜ਼ਰੂਰੀ ਹੈ ਕਿ ਇਹਨਾਂ ਦੇ ਖਿਲਾਫ ਢੁਕਵੀਂ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਮਸਜਿਦ ਦੀ ਬੇਅਦਬੀ ਜਿਹੜੀ ਹੈ ਕੀਤੀ ਗਈ ਉਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਔਰ ਪੰਜਾਬ ਦੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਇਸ ਲਈ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਦੇ ਖਿਲਾਫ ਢੁਕਵੀਂ ਕਾਰਵਾਈ। ਇਮਾਮ ਸਾਹਿਬ, ਕਿਸ ਤਰ੍ਹਾਂ ਦੀ ਸ਼ੂਟਿੰਗ ਉਸ ਦੇ ਵਿੱਚ ਹੋਈ ਹੈ ਤੇ ਕਿਸ ਤਰ੍ਹਾਂ ਦੇ ਉਹ ਰੋਲ ਨਿਭਾਏ ਗਏ ਉਸ ਦੇ ਵਿੱਚ? ਉਹ ਸਾਰਾ ਜਿਹੜਾ ਇਨਕੁਆਇਰੀ ਦਾ ਵਿਸ਼ੇ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆ ਜਾਣਗੀਆਂ। ਫਿਲਹਾਲ ਅਸੀਂ ਹਕੂਮਤ ਨੂੰ ਇਹ ਕਿਹਾ ਹੈ ਕਿ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਜਦੋਂ ਸ਼ੂਟਿੰਗ ਹੋ ਰਹੀ ਸੀਗੀ ਉੱਥੇ ਉਦੋਂ ਵੀ ਉਹ ਜਾ ਕੇ ਇhtਜਾਜ ਦਰਜ ਕਰਾਇਆ ਗਿਆ ਸੀ। ਲੋਕਾਂ ਨੇ ਕਿਹਾ ਉਹਨਾਂ ਨੂੰ, ਲੇਕਿਨ ਉਹਨਾਂ ਨੇ ਇਹਨੂੰ ਨਜ਼ਰ ਤੁਹਾਡੇ ਵੱਲੋਂ ਉੱਥੇ ਜਾਇਆ ਵੀ ਅੱਗੇ ਵੀ ਸੀ ਤੁਸੀਂ ਉੱਥੇ? ਬਿਲਕੁਲ ਹਨਾ, ਉੱਥੇ ਜਾ ਕੇ ਦੇਖਿਆ ਵੀ ਸੀਗਾ ਕਿ ਕਿਸ ਤਰ੍ਹਾਂ ਦਾ ਜੀ। ਸਭ ਕੁਝ ਜਾਇਜ਼ਾ ਵੀ ਤੁਸੀਂ ਲਿੱਤਾ ਹੀ ਆ। ਜੀ। ਪਰ ਮਤਲਬ ਕਿ ਕਮੇਟੀ ਦੇ ਨਾਲ ਮਿਲੇ ਸੀ ਤੁਸੀਂ? ਦੇਖੋ, ਪ੍ਰੋਤਰ ਵਿਭਾਗ ਦੀ ਹਰਕਤ ਹੈ ਬੜੀ ਮੈਂ ਸਮਝਦਾ ਗਲਤ ਹਰਕਤ ਹੈ, ਜਿਨ੍ਹਾਂ ਨੇ ਵਿੱਚ ਰਲ ਮਿਲ ਕੇ ਪਰਮਿਸ਼ਨ ਦਿੱਤੀ। ਇਸ ਲਈ ਉਹਨਾਂ ਦੇ ਖਿਲਾਫ ਵੀ ਨਾਲ ਪਵਿੱਤਰਤਾ ਭੰਗ ਕਰਨ ਦਾ ਮੁਕੱਦਮਾ। ਸੈਸ਼ਨ ਦੇ ਵਿੱਚ ਵੀ ਬੇਅਦਬੀ ਦਾ ਬਿੱਲ ਜਿਹੜਾ ਪਾਸ ਕੀਤਾ ਗਿਆ ਸੀਗਾ, ਉਹ ਕਿਹਾ ਵੀ ਗਿਆ ਬਿੱਲ ਤਾਂ ਪਾਸ ਹੋ ਰਿਹਾ ਲੇਕਿਨ ਹਜੇ ਤੱਕ ਕਾਰਵਾਈ ਨਹੀਂ ਨਾ ਹੋ ਰਹੀ। ਹੁਣ ਜਿੱਦਣ ਕਾਰਵਾਈ ਹੋਣੀ ਸ਼ੁਰੂ ਹੋਏਗੀ ਫਿਰ ਦੇਖਾਂਗੇ। ਚਲੋ ਠੀਕ ਹੈ। ਦ ਸਿਟੀ ਹੈਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ। ਪੰਜਾਬੀ ਫਿਲਮ ਅਦਾਕਾਰਾ ਸੋਨਮ ਬਾਜਵਾ ਦੇ ਵੱਲੋਂ ਆਪਣੀ ਇੱਕ ਫਿਲਮ ਦੀ ਸ਼ੂਟਿੰਗ ਦੇ ਵਿੱਚ ਸਰਹੰਦ ਦੀ ਇੱਕ ਮਸ਼ਹੂਰ ਅਤੇ ਇਤਿਹਾਸਕ ਮਸਜਿਦ ਦੀ ਬੇਅਦਬੀ ਕੀਤੀ ਗਈ ਹੈ। ਲੁਧਿਆਣਾ ਦੀ ਜਾਮਾ ਮਸਜਿਦ ਵਿੱਚ ਮੈਂ ਮੌਜੂਦ ਹਾਂ, ਜਿੱਥੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਮੇਰੇ ਨਾਲ ਹੋਣਗੇ, ਗੱਲਬਾਤ ਕਰਾਂਗੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ। ਸਰ, ਕੀ ਹੈ ਪ੍ਰੋਗਰਾਮ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਰਹੰਦ ਦੀ ਇਤਿਹਾਸਿਕ ਮਸਜਿਦ ਜਿਹੜੀ ਹੈ ਮਸਜਿਦ ਸਦਨਾ, ਜਿਹੜੀ ਕਿ ਭਗਤ ਸਦਨਾ ਜੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਸੁਸ਼ੋਭਿਤ ਹੈ, ਉਹਨਾਂ ਦੇ ਨਾਲ ਸੰਬੰਧ ਰੱਖਦੀ ਹੈ। ਇਸ ਇਤਿਹਾਸਿਕ ਮਸਜਿਦ 'ਚ ਸੋਨਮ ਬਾਜਵਾ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਸ਼ੂਟਿੰਗ ਕਰਕੇ ਬੇਅਦਬੀ ਕੀਤੀ ਗਈ, ਮਸਜਿਦ ਦੀ ਇੱਜ਼ਤ ਨੂੰ ਪਮਾਲ ਕੀਤਾ ਗਿਆ ਤੇ ਅਸੀਂ ਮੰਗ ਕੀਤੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਦੀ ਪੁਲਿਸ ਤੋਂ ਕਿ ਫੌਰੀ ਤੌਰ ਤੇ ਇਹਨਾਂ ਦੇ ਖਿਲਾਫ FIR ਕਰੋ, ਮੁਕੱਦਮਾ ਦਰਜ ਕਰੋ, ਇਹਨਾਂ ਨੂੰ ਅੰਦਰ ਕੀਤਾ ਜਾਵੇ ਤਾਂ ਕਿ ਇਹਨਾਂ ਵੱਲੋਂ ਜਿਹੜੀ ਧਾਰਮਿਕ ਆਸਥਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਉਹਦਾ ਘੱਟੋ ਘੱਟ ਇਹ ਸੁਨੇਹਾ ਅਸੀਂ ਲੋਕਾਂ ਨੂੰ ਦੇ ਸਕੀਏ ਕਿ ਦੁਬਾਰਾ ਅਗਰ ਕੋਈ ਇਸ ਤਰ੍ਹਾਂ ਦੀ ਹਰਕਤ ਕਰੇਗਾ ਤੇ ਉਹਦੇ ਖਿਲਾਫ ਵੀ ਢੁਕਵੀਂ ਕਾਰਵਾਈ। ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੇ ਵਾਸਤੇ ਕਿਸੇ ਤਰੀਕੇ ਦੀ ਪਰਮਿਸ਼ਨ ਨਹੀਂ? ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਹੈ। ਇਸਲਾਮ ਧਰਮ ਨੇ ਦੀ ਕੋਈ ਇਜਾਜ਼ਤ ਨਹੀਂ ਦਿੱਤੀ। ਪ੍ਰੋਤਰ ਵਿਭਾਗ ਦੇ ਅਧੀਨ ਵੀ ਜਿਹੜੀ ਮਸਜਿਦਾਂ ਆਉਂਦੀਆਂ ਉਹ ਉਹਦੀ ਦੇਖ ਰੇਖ ਤਾਂ ਕਰ ਸਕਦੇ, ਉਹਦੇ ਸ਼ੂਟਿੰਗ ਦੀ ਇਜਾਜ਼ਤ ਨਹੀਂ ਦੇ ਸਕਦੇ। ਇਸ ਲਈ ਅਗਰ ਪ੍ਰੋਤਰ ਵਿਭਾਗ ਨੇ ਇਜਾਜ਼ਤ ਵੀ ਦਿੱਤੀ ਤੇ ਉਹਨਾਂ ਅਫਸਰਾਂ ਦੇ ਖਿਲਾਫ ਵੀ ਅਸੀਂ ਬੇਅਦਬੀ ਦਾ ਮੁਕੱਦਮਾ ਦਰਜ ਕਰਨ ਦੀ ਦਰਖਾਸਤ ਕੀਤੀ ਹੈ ਜਿਹੜੇ ਕਿ ਇਸ ਦੇ ਵਿੱਚ ਸ਼ਾਮਲ ਨੇ। ਔਰ ਉਸ ਤੋਂ ਇਲਾਵਾ ਸੋਨਮ ਬਾਜਵਾ, ਉਹਦੇ ਪ੍ਰੋਡਿਊਸਰ, ਉਹਦੀ ਕਾਸਟਿੰਗ ਦੀ ਟੀਮ ਸਾਰੀ ਦੀ ਸਾਰੀ ਬੇਅਦਬੀ ਦੇ ਇਸ ਜੁਰਮ ਦੇ ਵਿੱਚ ਸ਼ਾਮਲ ਹੈ। ਇਹਨਾਂ ਦੇ ਖਿਲਾਫ ਢੁਕਵੀਂ ਕਾਰਵਾਈ। ਇੱਕ ਆਮ ਚੀਜ਼ ਦੇਖਣ ਦੇ ਵਿੱਚ ਆਉਂਦੀ ਹੈ ਕਿ ਕਿਸੇ ਧਾਰਮਿਕ ਸਥਲ ਦੇ ਜੇ ਸ਼ੂਟਿੰਗ ਕਰਨੀ ਹੋਏ, ਇੱਕ ਆਮ ਬੰਦੇ ਦਾ ਜ਼ਹਿਨ ਕੰਮ ਕਰਦਾ ਵੀ ਜਿਨ੍ਹਾਂ ਦਾ ਉਹ ਸਥਲ ਹੈਗਾ ਉਹਨਾਂ ਦੀ ਵੀ ਪਰਮਿਸ਼ਨ ਲੈ ਲਈ ਵੀ ਇਸ ਇੱਥੇ ਕਰ ਸਕਦੇ। ਦੇਖੋ, ਦੋ ਚੀਜ਼ਾਂ ਹੁੰਦੀਆਂ ਹੈ। ਅਵਲ ਤਾਂ ਇਸਲਾਮ ਨੇ ਸ਼ੂਟਿੰਗ ਨੂੰ ਮਸਜਿਦ 'ਚ ਜਾਇਜ਼ ਨਹੀਂ ਕਰਾਰ ਦਿੱਤਾ। ਹਾਂ, ਅਗਰ ਤੁਸੀਂ ਕਿਸੇ ਹੋਰ ਧਾਰਮਿਕ ਸਥਾਨ ਦੀ ਵੀ ਲਾ ਲਓ ਵੀ ਸ਼ੂਟਿੰਗ ਹੋਣੀ ਹੈ ਤੇ ਉਸ ਧਰਮ ਸਥਾਨ 'ਚ ਜਿਹੜੀ ਸ਼ੂਟਿੰਗ ਹੋਏਗੀ ਉਹ ਉਸੇ ਧਰਮ ਦੇ ਮੁਤਾਬਕ ਹੋਏਗੀ। ਮਤਲਬ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਹੈ, ਮਸਜਿਦ ਹੈ, ਮੰਦਿਰ ਹੈ, ਹੁਣ ਕਿਸੇ ਨੂੰ ਨਮਾਜ਼ ਪੜ੍ਹਦੇ ਹੋਏ ਦਿਖਾਣਾ ਹੈ ਜਾਂ ਉੱਥੇ ਜਾ ਕੇ ਮੱਥਾ ਟੇਕਦੇ ਹੋਏ ਦਿਖਾਣਾ ਹੈ, ਉਹ ਤਾਂ ਸਮਝ ਆਉਂਦੀ ਹੈ ਗੱਲ ਕਿ ਵੀ ਉਸ ਧਰਮ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਕਿ ਵੀ ਉਹਨੇ ਜਾ ਕੇ ਇਸ ਤਰ੍ਹਾਂ ਮੱਥਾ ਟੇਕਿਆ। ਲੇਕਿਨ ਤੁਸੀਂ ਕਹੋ ਜੀ ਮਸਜਿਦ 'ਚ ਜਾ ਕੇ ਨਾਚ ਗਾਣਾ ਕਰਨਾ ਹੈ ਜੀ, ਫਿਲਮ ਦੇ ਗਾਣੇ ਸ਼ੂਟ ਕਰਨੇ ਹੈ ਜੀ, ਸੀਨ ਸ਼ੂਟ ਕਰਨਾ ਹੈ ਜੀ, ਉਹ ਤਾਂ ਕਿਸੇ ਤਰ੍ਹਾਂ ਉਹਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ। ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਵੀ ਜਾਣੀ ਸਾਡੇ ਨਾਲ ਮੌਜੂਦ ਸੀਗੇ ਤੇ ਸੋਹਣਿਆ ਉਹਨਾਂ ਨੂੰ ਕੜੀ ਕਾਰਵਾਈ ਦੀ ਮੰਗ ਕਰਦੇ ਹੋਏ ਇਸ ਵੇਲੇ
ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਗਿਆ ਉਹਨਾਂ ਨੂੰ ਸਭ ਤੋਂ ਸਭ ਤੋਂ ਜਿਹੜੀ ਆ ਉਹ ਹੋਣੀ ਚਾਹੀਦੀ ਹੈ।